ਯਿਸੂ ਮਸੀਹ ਦੀ ਮੁਰਦਿਆਂ ਦੇ ਵਿੱਚੋਂ ਜੀ ਉੱਠਣਾ ਕੀ ਸੀ? What was the purpose behind his resurrection? ਈਸਟਰ ਵਾਲੇ ਦਿਨ ਪ੍ਰਭੂ ਯਿਸੂ ਮਸੀਹ ਮੁਰਦਿਆਂ ਦੇ ਵਿੱਚੋਂ ਜੀ ਉੱਠੇ, ਪਰ ਪ੍ਰਭੂ ਯਿਸੂ ਮਸੀਹ ਨੇ ਆਪਣੀ 33.5 ਸਾਲ ਦੀ ਜ਼ਿੰਦਗੀ ਦੇ ਵਿੱਚ ਕੋਈ ਕੰਮ ਐਸਾ ਨਹੀਂ ਕੀਤਾ ਜਿਹਦੇ ਪਿੱਛੇ ਕੋਈ ਨਾ ਕੋਈ ਮਕਸਦ ਨਾ ਹੋਵੇ। He done everything with purpose. Without purpose, he did nothing. ਪ੍ਰਭੂ ਯਿਸੂ ਮਸੀਹ ਨੇ ਜਦੋਂ ਆਪਣੀ ਮਿਨਿਸਟਰੀ ਸ਼ੁਰੂ ਕੀਤੀ, ਜਿਸ ਲਈ ਅਸੀਂ ਯਹੂਨਾ ਦਾ ਦੂਸਰਾ ਭਾਵ ਉਸ ਦੀ 13ਵੀਂ ਆਇਤ ਤੋਂ ਦੇਖਦੇ ਹਾਂ, ਔਰ ਇਹ ਵਚਨ ਦੇ ਹਿੱਸੇ ਮੈਂ ਤੁਹਾਨੂੰ ਤੁਹਾਡੀ ਹੈਂਡ ਆਊਟਸ ਦੇ ਵਿੱਚ ਦਿੱਤੇ ਆ। John chapter 2 verses 13 to 22। ਜੌਨ ਦਾ ਯਹੂਨਾ ਦਾ ਦੂਸਰਾ ਭਾਵ ਉਸ ਦੀ 13 ਤੋਂ ਲੈ ਕੇ 22 ਆਇਤ ਤੱਕ ਦੇਖੋ, ਔਰ ਇਹ ਇੱਥੇ ਪ੍ਰਭੂ ਯਿਸੂ ਮਸੀਹ ਦੀ ਜਿਹੜੀ ਉਮਰ ਆ 30 ਸਾਲ ਦੀ ਆ, ਉਹਨਾਂ ਨੇ ਆਪਣੀ ਇਸ ਧਰਤੀ ਦੇ ਉੱਤੇ ਮਿਨਿਸਟਰੀ ਹਾਲੇ ਸ਼ੁਰੂ ਕੀਤੀ ਆ। ਪ੍ਰਭੂ ਯਿਸੂ ਮਸੀਹ ਨੇ ਇਹ ਆਪਣਾ ਕੰਮ ਹਾਲੇ ਸ਼ੁਰੂ ਕੀਤਾ। ਪ੍ਰਭੂ ਯਿਸੂ ਮਸੀਹ ਮੰਦਰ ਦੇ ਵਿੱਚ ਗਏ ਆ। ਇੱਕੋ ਹੀ ਮੰਦਰ ਆ ਯਹੂਦੀਆਂ ਦਾ, ਜਰੂਸਲਮ ਦੇ ਵਿੱਚ, ਜਿਸ ਨੂੰ ਮੇਰੇ ਵਰਗੇ ਪੰਡਤਾਂ ਨੇ ਮੰਡੀ ਬਣਾਇਆ ਹੈ। ਮੇਰੇ ਵਰਗਿਆਂ ਦੇ ਹੱਥ ਦੇ ਵਿੱਚ, ਪਾਦਰੀਆਂ ਦੇ ਹੱਥ ਦੇ ਵਿੱਚ ਉਹ ਆਇਆ ਆ। ਉਹਨਾਂ ਨੇ ਉਸ ਮੰਦਰ ਨੂੰ ਮੰਡੀ ਬਣਾਇਆ ਆ। ਹਾਈ ਪ੍ਰੀਸਟ ਦੀਆਂ ਸਾਰੀਆਂ ਭੇਡਾਂ ਆ, ਜਿਹੜਾ ਉਹਨਾਂ ਦਾ ਪ੍ਰਮੁੱਖ ਪੰਡਤ ਆ, ਉਹਦੀਆਂ ਸਾਰੀਆਂ ਭੇਡਾਂ ਆ, ਉਹਦੀਆਂ ਹੀ ਸਾਰੀਆਂ ਬੱਕਰੀਆਂ ਆ, ਉਹਦੇ ਹੀ ਸਾਰੇ ਸਿੱਕੇ ਆ, ਉਹਦਾ ਹੀ ਸਾਰਾ ਕੁਝ ਉੱਥੇ ਚੱਲਦਾ ਪਿਆ। ਭੇਡਾਂ ਕਬੂਤਰਾਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ। ਇੱਕ ਪਾਸੇ ਦੀ ਇੱਧਰ ਦੀ ਲੋਕ ਵਿਚਾਰੇ ਆ ਰਹੇ ਆ, ਉਹ ਭੇਡ ਨੂੰ ਖਰੀਦਦੇ ਆ, ਉਹ ਲੇਲੇ ਨੂੰ ਖਰੀਦਦੇ ਆ। ਉਹ ਲੇਲਾ ਉੱਥੇ ਅੱਗੇ ਲਿਜਾਇਆ ਜਾਂਦਾ ਬਲੀ ਦੇ ਸਾਹਮਣੇ, ਉਹਦਾ ਕੰਨ ਮਾੜਾ ਜਿਹਾ ਕੱਟ ਕੇ ਉਹ ਤੋਂ ਖੂਨ ਕੱਢ ਕੇ ਉਹ ਬਲੀ ਦੇ ਉੱਤੇ ਲਾ ਕੇ ਦੂਜੇ ਪਾਸੇ ਲਿਜਾ ਕੇ ਫਿਰ ਉਹ ਲੇਲਾ ਮੰਡੀ ਦੇ ਵਿੱਚ ਫੇਰ ਆ ਜਾਂਦਾ। ਸੋ ਮੇਰੇ ਵਰਗੇ ਪੰਡਤਾਂ ਦੇ ਉੱਥੇ ਜੇਬਾਂ ਭਰਦੀਆਂ ਪਈਆਂ। ਪ੍ਰਭੂ ਯਿਸੂ ਮਸੀਹ ਨੇ ਪ੍ਰੋਤਾਈ ਪਤਾ ਕਿਉਂ ਖਤਮ ਕੀਤੀ ਆ? ਇਸੇ ਕਰਕੇ ਮਸੀਹਤ ਦੇ ਵਿੱਚ ਪ੍ਰੋਤਾਈ ਹੈ ਨਹੀਂ ਗੀ। ਉਸਨੇ ਸਾਰਿਆਂ ਨੂੰ ਪ੍ਰੋਹਤ ਬਣਾ ਦਿੱਤਾ। ਤੁਸੀਂ ਸਾਰੇ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਦੀ ਹੱਥ ਦੇ ਵਿੱਚ ਆਪਣੇ ਪਾਪ ਦਿੱਤੇ ਹੋ ਆ, ਤੁਸੀਂ ਸਾਰੇ ਪ੍ਰੋਹਤ। ਇਸ ਕਰਕੇ ਜਿਸ ਲਈ ਅਸੀਂ ਆਪਣੇ ਭਰਾ ਦੇ ਲਈ ਦੁਆ ਕੀਤੀ ਆ, ਮੈਂ ਇਕੱਲੇ ਨੇ ਨਹੀਂ ਕੀਤੀ, ਤੁਸੀਂ ਸਾਰਿਆਂ ਨੇ ਕੀਤੀ ਆ। ਤੁਹਾਡੇ ਵਿੱਚੋਂ ਕੋਈ ਵੀ ਕਰ ਸਕਦਾ ਸੀ, ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆ, ਕੋਈ ਵੀ ਕਰ ਸਕਦਾ ਸੀ। ਇਸੇ ਕਰਕੇ ਪ੍ਰਭੂ ਨੇ ਇਹ ਕੰਮ ਕੀਤਾ ਸੀ। ਪ੍ਰੋਤਾਂ ਨੇ ਮੰਦਰ ਨੂੰ, ਪ੍ਰਭੂ ਦੇ ਘਰ ਨੂੰ ਮੰਡੀ ਬਣਾ ਦਿੱਤਾ ਸੀ, ਚੋਰਾਂ ਦੀ ਮੰਡੀ ਬਣਾ ਦਿੱਤਾ ਸੀ। ਪ੍ਰਭੂ ਯਿਸੂ ਯਹੂਦੀ ਲੋਕਾਂ ਦੇ ਪਸਾਹ ਦੇ ਕੁਝ ਦਿਨ ਬਾਕੀ ਰਹਿ ਗਏ ਸਨ। ਉਹਨਾਂ ਦਿਨਾਂ ਵਿੱਚ ਯਿਸੂ ਯਰੂਸ਼ਲਮ ਗਏ। ਯਿਸੂ ਮੰਦਰ ਦੇ ਵਿੱਚ ਜਾਨਵਰਾਂ, ਭੇਡਾਂ ਅਤੇ ਕਬੂਤਰਾਂ ਦੇ ਵੇਚਣ ਵਾਲਿਆਂ ਅਤੇ ਸਰਾਫਾਂ ਨੂੰ ਦੇਖਿਆ। ਯਿਸੂ ਨੇ ਰੱਸੀਆਂ ਦਾ ਇੱਕ ਕੋਰੜਾ ਬਣਾਇਆ, ਉਸ ਦੇ ਨਾਲ ਉਸਨੇ ਸਾਰੇ ਜਾਨਵਰਾਂ, ਭੇਡਾਂ ਨੂੰ ਮੰਦਰ ਦੇ ਵਿੱਚੋਂ ਬਾਹਰ ਕੱਢ ਦਿੱਤਾ। ਸਰਾਫਾਂ ਦੇ ਪੈਸੇ ਅਤੇ ਗੱਦੀਆਂ ਉਲਟ ਦਿੱਤੀਆਂ। ਫਿਰ ਯਿਸੂ ਨੇ ਕਬੂਤਰ ਵੇਚਣ ਵਾਲਿਆਂ ਨੂੰ ਕਿਹਾ, ਇਹਨਾਂ ਨੂੰ ਇੱਥੋਂ ਲੈ ਜਾਓ, ਮੇਰੇ ਪਿਤਾ ਦੇ ਘਰ ਨੂੰ ਮੰਡੀ ਨਾ ਬਣਾਓ। ਉਸ ਸਮੇਂ ਯਿਸੂ ਦੇ ਚੇਲਿਆਂ ਨੂੰ ਧਰਮ ਗ੍ਰੰਥ ਦੇ ਕਹੇ ਇਹ ਸ਼ਬਦ ਯਾਦ ਆਏ, ਹੈ ਪਰਮੇਸ਼ਵਰ, ਤੇਰੇ ਘਰ ਦੀ ਲਗਨ ਮੈਨੂੰ ਖਾ ਜਾਏਗੀ। ਯਹੂਦੀਆਂ ਨੇ ਯਿਸੂ ਨੂੰ ਇਹ ਕਰਦੇ ਦੇਖ ਕੇ ਉਹਨਾਂ ਤੋਂ ਪੁੱਛਿਆ, ਇਹ ਜੋ ਤੂੰ ਕਰ ਰਿਹਾ ਹੈ, ਇਸ ਦੇ ਲਈ ਤੂੰ ਸਾਨੂੰ ਕਿਹੜਾ ਚਿੰਨ੍ਹ ਦਿਖਾ ਸਕਦਾ ਹੈ? ਇਹ ਜੋ ਤੂੰ ਕਰ ਰਿਹਾ ਹੈ, ਇਸ ਦੇ ਲਈ ਤੂੰ ਸਾਨੂੰ ਕਿਹੜਾ ਚਿੰਨ੍ਹ
ਦਿਖਾ ਸਕਦਾ ਹੈ। ਇਹ ਤਾਂ ਸਾਡਾ ਧਰਮ ਆ। ਇਹ ਅਸੀਂ ਜੋ ਕਰਦੇ ਹਾਂ, ਇਹ ਪਸਾਹ ਦਾ ਤਿਉਹਾਰ ਅਸੀਂ ਸਾਲ ਦੇ ਵਿੱਚ ਇੱਕ ਵਾਰੀ ਮਨਾਉਂਦੇ ਹਾਂ। ਇਹ ਸਾਡਾ ਪਵਿੱਤਰ ਤਿਉਹਾਰ ਆ। ਅਸੀਂ ਇਸ ਤਿਉਹਾਰ ਨੂੰ ਮਨਾਉਂਦੇ ਹਾਂ। ਇਹ ਸਾਡਾ ਧਰਮ ਆ। ਇਹ ਸਾਡੇ ਧਰਮ ਦਾ ਮੁੱਢ ਤਿਉਹਾਰ ਆ। ਤੂੰ ਇਸੇ ਤਿਉਹਾਰ ਨੂੰ ਆ ਕੇ ਸਾਡੀਆਂ ਸਾਰੀਆਂ ਰਸਮਾਂ ਨੂੰ ਕੱਟਦਾ ਪਿਆ। ਇਸ ਦੇ ਲਈ ਤੂੰ ਸਾਨੂੰ ਕਿਹੜਾ ਚਿੰਨ੍ਹ ਦਿਖਾਉਣਾ? What sign you will show us to prove that you have a right to do this what you did? ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਦੇਖੋ ਕੀ ਕਿਹਾ। ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਇਸ ਮੰਦਰ ਨੂੰ ਤੁਸੀਂ ਢਾਹ ਦਿਓ, ਮੈਂ 3 ਦਿਨਾਂ ਦੇ ਵਿੱਚ ਫਿਰ ਬਣਾ ਦੇਵਾਂਗਾ। ਹੁਣ ਉੱਥੇ ਜਿਹੜੇ ਮੇਰੇ ਵਰਗੇ ਪੰਡੇ ਬੈਠੇ, ਉਹਨਾਂ ਦਾ ਅਗਰ ਧਿਆਨ ਪ੍ਰਭੂ ਦੇ ਵੱਲ ਹੋਵੇ ਤਾਂ ਉਹਦੀ ਗੱਲ ਨੂੰ ਸਮਝਣ। ਧਿਆਨ ਤਾਂ ਉਹਨਾਂ ਦਾ ਸਾਰਾ ਉਸ ਪੈਸੇ ਦੇ ਵਿੱਚ, ਧਿਆਨ ਤਾਂ ਸਾਰਾ ਉਹਨਾਂ ਭੇਡਾਂ ਦੇ ਵਿੱਚ ਫਸਿਆ ਹੈ ਜਿਹੜੀਆਂ ਦੌੜ ਗਈਆਂ। ਧਿਆਨ ਉਹਨਾਂ ਸਾਰਾ ਕਬੂਤਰਾਂ ਦੇ ਵਿੱਚ ਜਿਹੜਾ ਪ੍ਰਭੂ ਯਿਸੂ ਨੇ ਉਡਾ ਦਿੱਤਾ। ਦੁਆਨੀ ਦਾ ਕਬੂਤਰ ਲੈ ਕੇ ਉਹਨਾਂ ਨੇ $20 ਉਹ ਤੋਂ ਬਣਾਉਣੇ ਸੀਗੇ, ਉਹ ਬਾਰ-ਬਾਰ ਵੇਚ ਕੇ। ਧਿਆਨ ਤਾਂ ਉਹਨਾਂ ਦਾ ਸਾਰਾ ਉਹ 'ਚ ਫਸਿਆ ਹੈ। ਉਹਨਾਂ ਨੇ ਪ੍ਰਭੂ ਯਿਸੂ ਨੂੰ ਕੀ ਕਹਿੰਦੇ? ਯਹੂਦੀ ਅੱਗੇ ਬੋਲੇ, 46 ਸਾਲ ਇਸ ਮੰਦਰ ਨੂੰ ਬਣਾਉਂਦਿਆਂ ਹੋ ਗਏ ਹਨ, ਤੂੰ ਫਿਰ 3 ਦਿਨਾਂ ਦੇ ਵਿੱਚ ਬਣਾ ਦੇਵੇਂਗਾ? ਪਰ ਯਿਸੂ ਨੇ ਆਪਣੇ ਸਰੀਰ ਦੇ ਬਾਰੇ ਕਿਹਾ ਸੀ। ਇਸ ਲਈ ਜਦੋਂ ਯਿਸੂ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਤਾਂ ਉਹਨਾਂ ਦੇ ਚੇਲਿਆਂ ਨੂੰ ਯਿਸੂ ਦੇ ਇਹ ਕਹੇ ਹੋਏ ਸ਼ਬਦ ਯਾਦ ਆਏ, ਤਾਂ ਉਹਨਾਂ ਨੂੰ ਧਰਮ ਗ੍ਰੰਥ ਦੀ ਲਿਖਤ ਉੱਤੇ ਅਤੇ ਉਹਨਾਂ ਸ਼ਬਦਾਂ ਦੇ ਉੱਤੇ ਜੋ ਯਿਸੂ ਨੇ ਕਹੇ ਸਨ ਵਿਸ਼ਵਾਸ ਕੀਤਾ। ਫਿਰ ਉਹਨਾਂ ਨੇ ਜਿਹੜੀਆਂ ਮੈਂ ਤੁਹਾਨੂੰ ਅੱਜ ਆਇਤਾਂ ਆ ਦਿੱਤੀਆਂ ਪਿਛਲੀਆਂ ਸਾਰੀਆਂ, ਜਿਸ ਲਈ ਉਹਨਾਂ ਨੇ ਇਹ ਸਾਰੀਆਂ ਪਿਛਲੀਆਂ ਆਇਤਾਂ ਦੇਖੀਆਂ, ਜਿਸ ਲਈ ਉਹਨਾਂ ਨੇ ਇਹ ਦੇਖਿਆ ਤੇ ਉਹਨਾਂ ਨੂੰ ਫਿਰ ਯਾਦ ਆਇਆ ਕਿ ਯਿਸੂ ਮਸੀਹ ਨੇ ਧਰਤੀ ਤੇ ਹੁੰਦਿਆਂ ਹੋਇਆਂ ਜਿੰਨੀਆਂ ਚੀਜ਼ਾਂ ਕਹੀਆਂ ਸੀ ਆਪਣੇ ਬਾਰੇ, ਉਹ ਸਾਰੀਆਂ ਸੱਚ ਆ, ਕਿਉਂਕਿ ਉਹ ਮੁਰਦਿਆਂ ਚੋਂ ਜੀ ਉੱਠਿਆ। ਕੋਈ ਵੀ ਬੰਦਾ ਕਹਿ ਸਕਦਾ ਕਿ ਜੀਵਨ ਦਾ ਰਸਤਾ ਮੈਂ ਹਾਂ। ਮੈਂ ਤੁਹਾਨੂੰ ਕਹੀ ਜਾਂਦਾ, ਜੀਵਨ ਦਾ ਰਸਤਾ ਮੈਂ ਹਾਂ। ਹਰਿੰਦਰ ਸੋਧ, ਬਾਬਾ ਹਰਿੰਦਰ ਤੇ ਵਿਸ਼ਵਾਸ ਕਰੋ। ਪਾਣੀ ਦੇ ਵਿੱਚ ਸ਼ੀਸ਼ਾ ਲਾ ਕੇ ਤੁਹਾਨੂੰ ਪਾਣੀ ਤੇ ਤੁਰ ਕੇ ਦਿਖਾ ਦਿੰਦਾ। ਅੱਜ ਕੱਲ੍ਹ ਤਾਂ ਸਾਇੰਸ ਬਹੁਤ ਵਧੀ ਹੋਈ, ਤੁਹਾਨੂੰ ਸਾਰੇ ਤਰ੍ਹਾਂ ਦੇ ਕੰਮ ਕਰਕੇ ਦਿਖਾ ਦਿੰਦਾ। ਕਹਿ ਸਕਦਾ ਮੌਤ ਤੇ ਜ਼ਿੰਦਗੀ ਮੈਂ ਆ। ਬਹੁਤ ਸਾਰੇ ਕਹਿੰਦੇ ਪਏ ਆ, ਬਹੁਤ ਸਾਰੇ ਅੱਜ ਕਹਿੰਦੇ ਪਏ, ਬਹੁਤ ਸਾਰੇ ਕਹਿ ਕੇ ਚਲੇ ਗਏ ਆ, ਪਰ ਉਹ ਮੋਹਰ ਕਿਹੜੀ ਆ, ਉਹ ਸੀਲ ਕਿਹੜੀ ਆ ਕਿ ਇਟ ਇਜ਼ ਟਰੂਥ? ਜੋ ਇਸ ਬੰਦੇ ਨੇ ਕਿਹਾ ਉਹ ਸੱਚਾਈ ਆ, ਇਹ ਸੱਚ ਆ। ਪ੍ਰਭੂ ਯਿਸੂ ਮਸੀਹ ਨੇ ਉਹ ਸਾਰੀ ਸੱਚਾਈ ਨੂੰ ਇਸ ਚੀਜ਼ ਦੇ ਵਿੱਚ ਛੁਪਾਇਆ ਸੀ ਕਿ ਤੁਸੀਂ ਇਸ ਮੰਦਰ ਨੂੰ ਢਾਹ ਦਿਓਗੇ। ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ, ਪਰਮੇਸ਼ਰ ਇਹਨਾਂ ਮੰਦਰਾਂ ਦੇ ਵਿੱਚ ਨਹੀਂ ਰਹਿੰਦਾ। ਇਹ ਭਾਵੇਂ ਤੁਸੀਂ ਇਹ ਮੰਦਰ ਭਾਵੇਂ ਤੁਸੀਂ 10 ਫੁੱਟ ਦੇ ਵਿੱਚ ਬਣਾ ਲਓ, ਭਾਵੇਂ ਤੁਸੀਂ ਇਹਨਾਂ ਨੂੰ 10,000 ਫੁੱਟ ਦੇ ਵਿੱਚ ਬਣਾ ਲਓ, ਭਾਵੇਂ 10 ਏਕੜਾਂ 'ਚ ਬਣਾ ਲਓ। ਮੱਕੇ ਦੇ ਵਿੱਚ ਇੱਕ ਮੰਦਰ 10 ਏਕੜਾਂ 'ਚ ਬਣਿਆ ਆ। ਇਹ ਭਾਵੇਂ ਸਾਰੇ ਸ਼ਹਿਰ 'ਚ ਤੁਸੀਂ ਕੋਈ ਮੰਦਰ ਬਣਾ ਲਓ, ਸਾਰਾ ਸ਼ਹਿਰ ਹੀ ਮੰਦਰ ਦਾ ਬਣਾ ਲਓ, ਮੰਦਰਾਂ 'ਚ ਨਹੀਂ ਪ੍ਰਭੂ ਰਹਿੰਦਾ। ਆਪਣੇ ਰਹਿਣ ਦੇ ਲਈ ਉਸਨੇ ਇੱਕ ਅਜੀਬ ਮੰਦਰ ਬਣਾਇਆ, ਉਸ ਅਸੀਂ ਆ। Here it is. ਸੋ ਪ੍ਰਭੂ ਯਿਸੂ ਮਸੀਹ ਨੇ ਕਿਹਾ, ਇਸ ਮੰਦਰ ਨੂੰ ਢਾਹ ਦਿਓ, ਮੈਂ 3 ਦਿਨਾਂ ਦੇ ਵਿੱਚ ਇਸ ਨੂੰ ਫਿਰ ਉਸਾਰ ਦੇਵਾਂਗਾ। ਉਹਨਾਂ ਦੀ ਕੋਈ ਸਮਝ ਨਹੀਂ ਆਈ ਇਹ ਚੀਜ਼। ਸੋ ਜਿਸ ਵੇਲੇ ਪ੍ਰਭੂ ਯਿਸੂ ਮਸੀਹ ਜਿਸ ਵੇਲੇ ਪ੍ਰਭੂ ਯਿਸੂ ਮਸੀਹ ਦੀ ਸਲੀਬੀ ਮੌਤ ਹੋ ਗਈ, ਜਿਹੜੇ ਚੇਲੇ ਪ੍ਰਭੂ ਯਿਸੂ ਮਸੀਹ ਦੇ ਪਿੱਛੇ 3 ਸਾਲ ਚੱਲਦੇ ਰਹੇ,
3 ਸਾਲ ਉਹਨਾਂ ਨੇ 3.5 ਸਾਲ ਮਾਫ ਕਰਨਾ 3.5 ਸਾਲ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦੇ ਮਿਰਾਕਲ ਦੇਖੇ। ਉਹਨਾਂ ਨੇ ਮੁਰਦੇ ਜੀਂਦੇ ਹੁੰਦੇ ਦੇਖੇ। ਉਹਨਾਂ ਨੇ ਖਾਣਾ ਦੋ ਮੱਛੀਆਂ ਅਤੇ 5 ਰੋਟੀਆਂ ਨੂੰ 5000 ਬੰਦਾ ਰੋਟੀ ਖਾਂਦਾ ਪਿਆ ਦੇਖਿਆ। ਔਰ ਬਾਅਦ ਦੇ ਵਿੱਚ ਉਹਨਾਂ ਨੇ ਟੋਕਰਿਆਂ ਦੇ ਟੋਕਰੇ ਇਕੱਠੇ ਕੀਤੇ। ਪ੍ਰਭੂ ਯਿਸੂ ਮਸੀਹ ਨੂੰ ਉਹਨਾਂ ਨੇ ਪਾਣੀ ਦੇ ਉੱਤੇ ਚੱਲਦਿਆਂ ਦੇਖਿਆ। ਪ੍ਰਭੂ ਯਿਸੂ ਮਸੀਹ ਨੂੰ ਉਹਨਾਂ ਨੇ ਤੂਫਾਨਾਂ ਨੂੰ ਥੰਮਦੇ ਦੇਖਿਆ, ਅੰਨ੍ਹਿਆਂ ਨੂੰ ਅੱਖਾਂ ਦਿੰਦੇ ਦੇਖਿਆ, ਕੋੜਿਆਂ ਨੂੰ ਰਾਜੀ ਕਰਦੇ ਦੇਖਿਆ। ਜਿਸ ਲਈ ਪ੍ਰਭੂ ਯਿਸੂ ਮਸੀਹ ਦੀ ਮੌਤ ਹੋ ਗਈ। ਤੁਹਾਡਾ ਕੀ ਖਿਆਲ, ਉਹਨਾਂ ਚੀਜ਼ਾਂ ਦੇ ਕਰਕੇ ਉਹਨਾਂ ਦੇ ਵਿੱਚ ਕੋਈ ਵਿਸ਼ਵਾਸ ਸੀ? ਇਸੇ ਕਰਕੇ ਮੈਂ ਕਹਿੰਦਾ ਚਰਚ, ਇਹਨਾਂ ਚੀਜ਼ਾਂ ਦੇ ਕਰਕੇ ਪ੍ਰਭੂ ਯਿਸੂ ਮਸੀਹ ਤੇ ਭਰੋਸਾ ਨਾ ਕਰੋ ਕਿ ਉਹ ਮੈਨੂੰ ਠੀਕ ਕਰਦਾ, ਉਹ ਮੈਨੂੰ ਹੀਲ ਕਰਦਾ, ਉਹ ਮੇਰੇ ਕੰਮ ਠੀਕ ਕਰ ਦਿੰਦਾ, ਉਹਨੇ ਮੇਰੇ ਡਿਵੋਰਸ ਠੀਕ ਕਰ ਦਿੱਤੇ, ਉਹਨੇ ਮੇਰੀਆਂ ਆਹ ਚੀਜ਼ਾਂ ਕਰ ਦਿੱਤੀਆਂ। ਇਹ ਚੀਜ਼ਾਂ ਬੋਧੀਆਂ ਆ, ਇਹ ਬੋਧੀਆਂ ਆ। ਚੇਲਿਆਂ ਨੇ 3.5 ਸਾਲ ਪ੍ਰਭੂ ਯਿਸੂ ਮਸੀਹ ਦੇ ਮਿਰਾਕਲਸ ਦੇਖੇ ਆ। Made no difference in their life. ਜਿਉਂਦੇ ਪਰਮੇਸ਼ਵਰ ਦੇ ਨਾਲ ਉਹ 3 ਸਾਲ ਚੱਲੇ ਆ। ਉਹਦੇ ਪੈਰਾਂ ਦੀ ਧੂੜ ਉਹਨਾਂ ਦੇ ਉੱਤੇ ਪਈ ਆ, ਕੋਈ ਫਰਕ ਨਹੀਂ ਪਿਆ। ਕਿਹੜੀ ਚੀਜ਼ ਨੇ ਫਰਕ ਪਾਇਆ? ਉਹਦਾ ਮੁਰਦਿਆਂ ਦੇ ਵਿੱਚੋਂ ਜੀਂਦੇ ਹੋਣ ਦੇਣਾ। ਆਓ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖੀਏ। ਇਹ ਮੈਂ ਤੁਹਾਨੂੰ ਲੂਕ ਦਾ 24ਵਾਂ ਭਾਵ ਉਸ ਦੀ 13 ਤੋਂ ਲੈ ਕੇ 24 ਆਇਤ ਤਾਈਂ ਦੇਖੀਏ। ਔਰ ਵਚਨ 'ਚ ਇਸੇ ਤਰ੍ਹਾਂ ਲਿਖਿਆ, ਉਸੇ ਦਿਨ 2 ਚੇਲੇ ਐਮਾਊਸ, ਔਰ ਇਹ ਪ੍ਰਭੂ ਯਿਸੂ ਮਸੀਹ ਦੀ ਮੌਤ ਹੋ ਚੁੱਕੀ ਆ। ਉਸੇ ਹੀ ਦਿਨ ਜਿੱਦਣ ਉਹਨਾਂ ਦੀ ਮੌਤ ਹੋਈ ਆ, ਉਸੇ ਦਿਨ 2 ਚੇਲੇ ਐਮਾਊਸ ਨਾਂ ਦੇ ਪਿੰਡ ਨੂੰ ਜਾ ਰਹੇ ਸਨ। ਐਮਾਊਸ ਪਿੰਡ ਯਰੂਸ਼ਲਮ ਤੋਂ ਕੋਈ 12 ਕਿਲੋਮੀਟਰ ਦੂਰ ਸੀ। ਉਹ ਦੋਵੇਂ ਆਪੋ ਵਿੱਚ ਇਹਨਾਂ ਸਭ ਗੱਲਾਂ ਦੇ ਬਾਰੇ ਗੱਲਬਾਤ ਕਰਦੇ ਜਾ ਰਹੇ ਸਨ। ਜਦੋਂ ਉਹ ਇਸ ਤਰ੍ਹਾਂ ਆਪੋ ਵਿੱਚ ਗੱਲਾਂ ਕਰਦੇ ਤੇ ਵਿਚਾਰਾਂ ਵਟਾਂਦਰਾ ਕਰਦੇ ਜਾ ਰਹੇ ਸਨ, ਤਾਂ ਯਿਸੂ ਆਪ ਉਹਨਾਂ ਦੇ ਲਾਗੇ ਆ ਕੇ ਉਹਨਾਂ ਦੇ ਨਾਲ ਤੁਰਨ ਲੱਗੇ। ਉਹਨਾਂ ਯਿਸੂ ਨੂੰ ਦੇਖਿਆ, ਪਰ ਕਿਸੇ ਨੇ ਕਿਸੇ ਤਰ੍ਹਾਂ ਪਛਾਣ ਨਾ ਸਕੇ। ਯਿਸੂ ਨੇ ਉਹਨਾਂ ਤੋਂ ਪੁੱਛਿਆ, ਤੁਸੀਂ ਆਪਸ ਵਿੱਚ ਤੁਰੇ ਜਾਂਦੇ ਕੀ ਗੱਲ ਕਰ ਰਹੇ ਹੋ? ਇਸ ਉੱਤੇ ਉਹ ਉਦਾਸ ਹੋ ਕੇ ਖੜੇ ਹੋ ਗਏ। ਉਹਨਾਂ ਨੇ ਵਿੱਚੋਂ ਜਿਸ ਦਾ ਨਾਂ ਕਿਲੋਪਾਸ ਸੀ ਬੋਲਿਆ, ਕੀ ਯਰੂਸ਼ਲਮ ਦੇ ਵਿੱਚ ਤੂੰ ਇਕੱਲਾ ਇੱਕ ਇਹੋ ਜਿਹਾ ਅਜਨਬੀ ਹੈ ਜਿਸ ਨੂੰ ਇਹ ਪਤਾ ਨਹੀਂ ਕਿ ਇਹਨਾਂ ਦਿਨਾਂ ਦੇ ਵਿੱਚ ਇੱਥੇ ਕੀ ਹੋਇਆ ਹੈ? ਯਿਸੂ ਨੇ ਪੁੱਛਿਆ, ਕੀ ਹੋਇਆ ਹੈ? ਉਹਨਾਂ ਉੱਤਰ ਦਿੱਤਾ, ਯਿਸੂ ਨਾਸਰੀ ਦੇ ਬਾਰੇ ਜੋ ਪਰਮੇਸ਼ਵਰ ਅਤੇ ਸਾਰੇ ਲੋਕਾਂ ਦੀਆਂ ਨਜ਼ਰਾਂ ਵਿੱਚ ਆਪਣੇ ਸ਼ਬਦਾਂ ਅਤੇ ਕੰਮਾਂ ਕਰਕੇ ਸ਼ਕਤੀਸ਼ਾਲੀ ਨਬੀ ਮੰਨਿਆ ਜਾਂਦਾ ਸੀ। ਨਾਓ ਇਫ ਯੂ ਜਸਟ ਫੋਕਸ ਔਨ ਦਿਸ ਵਰਸ, ਪ੍ਰਭੂ ਯਿਸੂ ਮਸੀਹ ਦੇ ਸ਼ਬਦ ਤੇ ਉਸ ਦੇ ਕੰਮ ਇਹਨਾਂ ਲੋਕਾਂ ਨੇ ਦੇਖਿਆ। ਆਮੇਨ, ਸਹੀ ਹੈ ਨਾ? ਪ੍ਰਭੂ ਯਿਸੂ ਮਸੀਹ ਦੀ ਸ਼ਕਤੀ ਨੂੰ ਇਹਨਾਂ ਨੇ ਦੇਖਿਆ ਨਾ। ਕੋਈ ਭਰੋਸਾ ਇਹਨਾਂ ਦਾ ਬਣਿਆ? ਵਾਪਸ ਘਰਾਂ ਨੂੰ ਜਾ ਰਹੇ ਆ। ਕੀ ਲਿਖਿਆ? ਪਰ ਸਾਡੇ ਮਹਾਂਪੁਰੋਹਿਤਾਂ ਅਤੇ ਨੇਤਾਵਾਂ ਨੇ ਉਸ ਨੂੰ ਫੜ ਕੇ ਮੌਤ ਦੀ ਸਜ਼ਾ ਦਿਵਾ ਕੇ ਸਲੀਬ ਦੇ ਉੱਤੇ ਚੜ੍ਹਾ ਦਿੱਤਾ ਹੈ। ਸਾਨੂੰ ਵਿਸ਼ਵਾਸ ਸੀ ਕਿ ਉਹੀ ਹੈ ਜੋ ਇਜ਼ਰਾਈਲ ਨੂੰ ਮੁਕਤ ਕਰਵਾਵੇਗਾ। ਇਸ ਤੋਂ ਇਲਾਵਾ ਅੱਜ ਇਹਨਾਂ ਸਭ ਗੱਲਾਂ ਨੂੰ ਹੋਇਆਂ 3 ਦਿਨ ਹੋ ਗਿਆ ਹੈ। ਸਾਡੇ ਵਿੱਚੋਂ ਕੁਝ ਔਰਤਾਂ ਨੇ ਸਾਨੂੰ ਹੈਰਾਨੀ ਦੇ ਵਿੱਚ ਪਾ ਦਿੱਤਾ ਹੈ। ਉਹ ਅੱਜ ਬਹੁਤ ਸਵੇਰੇ ਹੀ ਕਬਰ ਦੇ ਉੱਤੇ ਗਈਆਂ ਅਤੇ ਉੱਥੇ ਯਿਸੂ ਦੀ ਲਾਸ਼ ਉਹਨਾਂ ਨੂੰ ਨਹੀਂ ਮਿਲੀ। ਉਹਨਾਂ ਨੇ ਵਾਪਸ ਆ ਕੇ ਦੱਸਿਆ ਕਿ ਉਹਨਾਂ ਨੂੰ ਦੂਤਾਂ ਨੇ ਦਰਸ਼ਨ ਦਿੱਤਾ ਹੈ ਅਤੇ ਕਿਹਾ ਹੈ ਕਿ ਯਿਸੂ ਜਿਉਂਦਾ ਹੈ। ਇਹ ਸੁਣ ਕੇ ਸਾਡੇ ਕੁਝ ਸਾਥੀ ਕਬਰ ਦੇ ਉੱਤੇ ਗਏ ਅਤੇ ਜਿਸ ਤਰ੍ਹਾਂ ਔਰਤਾਂ ਨੇ ਦੱਸਿਆ ਸੀ ਉਸੇ ਤਰ੍ਹਾਂ ਸਭ ਕੁਝ ਦੇਖਿਆ, ਪਰ ਯਿਸੂ ਨੂੰ ਉੱਥੇ ਨਹੀਂ ਦੇਖਿਆ। ਸਭ ਕਹਿੰਦੇ ਆ ਕਿ ਅਸੀਂ ਔਰਤ ਨੂੰ ਬੜੀ ਉੱਚੀ ਜਗ੍ਹਾ ਦਿੰਦੇ ਹਾਂ। ਸਭ ਕਹਿੰਦੇ ਆ ਅਸੀਂ ਔਰਤ ਨੂੰ ਬੜੀ ਉੱਚੀ ਜਗ੍ਹਾ ਦਿੰਦੇ ਹਾਂ, ਪਰ ਪ੍ਰਭੂ ਯਿਸੂ ਮਸੀਹ ਤੋਂ ਜ਼ਿਆਦਾ ਕਿਸੇ ਨੇ ਔਰਤ ਨੂੰ ਉੱਚੀ ਜਗ੍ਹਾ ਹੋਰ ਕਿਸੇ ਨੇ ਨਹੀਂ ਦਿੱਤੀ। ਪ੍ਰਭੂ ਯਿਸੂ ਮਸੀਹ ਜਿਸ ਵੇਲੇ ਪੈਦਾ ਹੋਇਆ, ਮਰਦ ਦਾ ਕੋਈ ਹੱਥ ਨਹੀਂ ਸੀ। ਅਸੀਂ ਮਰਦ ਇਹ ਨਹੀਂ ਕਹਿ ਸਕਦੇ ਸੀਗੇ ਕਿ ਸਾਡੇ ਕਰਕੇ ਪ੍ਰਭੂ ਯਿਸੂ ਮਸੀਹ ਇਸ ਔਰਤ ਤੋਂ ਪੈਦਾ ਹੋਇਆ। ਅੱਜ ਵੀ ਦੁਨੀਆ ਦੇ 3 ਮਹਾਨ ਗ੍ਰੰਥ ਇਸ ਚੀਜ਼ ਨੂੰ ਮੰਨਦੇ ਆ
ਕਿ ਉਹ ਕੁਆਰੀ ਤੋਂ ਪੈਦਾ ਹੋਇਆ। ਅਗਰ ਔਰਤ ਨੂੰ ਇੱਜ਼ਤ ਦਿੱਤੀ ਹੈ ਤਾਂ ਪ੍ਰਭੂ ਯਿਸੂ ਮਸੀਹ ਨੇ ਦਿੱਤੀ ਆ। ਮੁਰਦਿਆਂ ਦੇ ਵਿੱਚੋਂ ਜਿਉਂਦੇ ਹੋ ਕੇ ਸਭ ਤੋਂ ਪਹਿਲਾਂ ਜਿਹੜਾ ਪ੍ਰਭੂ ਯਿਸੂ ਮਸੀਹ ਨੇ ਦਰਸ਼ਨ ਦਿੱਤਾ ਉਹ ਔਰਤਾਂ ਨੂੰ ਦਿੱਤਾ, ਉਹ ਭੈਣਾਂ ਨੂੰ ਦਿੱਤਾ, ਸਾਡੀਆਂ ਮਾਵਾਂ ਨੂੰ ਦਿੱਤਾ। ਇਹ ਚੇਲੇ ਜਿਨ੍ਹਾਂ ਨੇ 3.5 ਸਾਲ ਰੋਟੀਆਂ ਖਾਧੀਆਂ ਉਹਦੇ ਨਾਲ, ਕਹਿ ਰਿਹਾ ਕਿ ਕੁਛ ਔਰਤਾਂ ਨੇ ਸਾਨੂੰ ਆ ਕੇ ਹੋਰ ਹੀ ਭੁਲੇਖੇ ਦੇ ਵਿੱਚ ਪਾ ਦਿੱਤਾ। ਫਿਰ ਕਹਿੰਦਾ ਜਿਸਲੇ ਸਾਡੇ ਵਿੱਚੋਂ ਕੁਛ ਉੱਥੇ ਦੇਖਣ ਗਏ ਤਾਂ ਯਿਸੂ ਨਹੀਂ ਮਿਲਿਆ, ਪਰ ਕਬਰ ਖਾਲੀ ਸੀ। ਵਚਨ ਦੇ ਵਿੱਚ ਅੱਗੇ ਲਿਖਿਆ, ਦੇਖੋ, ਯਿਸੂ ਨੇ ਉਹਨਾਂ ਨੂੰ ਕਿਹਾ, ਤੁਸੀਂ ਬੇਸਮਝ ਹੋ, ਤੁਸੀਂ ਨਬੀਆਂ ਦੀਆਂ ਸਭ ਗੱਲਾਂ ਉੱਤੇ ਵਿਸ਼ਵਾਸ ਕਰਨ ਦੇ ਵਿੱਚ ਬਹੁਤ ਢਿੱਲੇ ਹੋ। ਕਿਹੜੇ ਨਬੀ? ਜਿਹੜੇ ਮੈਂ ਤੁਹਾਨੂੰ ਹਿੱਸੇ ਪਹਿਲਾਂ ਦਿੱਤੇ, ਸਭ ਤੋਂ ਪਹਿਲੇ 2 ਪੇਜ। ਤੁਸੀਂ ਨਬੀਆਂ ਦੀਆਂ ਗੱਲਾਂ ਵਿੱਚ ਵਿਸ਼ਵਾਸ ਕਰਨ ਦੇ ਵਿੱਚ ਬਹੁਤ ਢਿੱਲੇ ਹੋ। ਕੀ ਮਸੀਹ ਦੇ ਲਈ ਇਹ ਜ਼ਰੂਰੀ ਨਹੀਂ ਸੀ? ਨਬੀਆਂ ਨੇ ਕੀ ਲਿਖਿਆ? ਕਿ ਉਹ ਦੁੱਖ ਝੱਲੇ ਅਤੇ ਆਪਣੀ ਮਹਿਮਾ ਪ੍ਰਾਪਤ ਕਰੇ। ਜਿਹੜਾ ਹਿੱਸਾ ਅਸੀਂ ਪੜ੍ਹ ਕੇ ਹਟੇ ਪਹਿਲਾਂ, ਕਿ ਮਸੀਹ ਦੇ ਲਈ ਇਹ ਜ਼ਰੂਰੀ ਨਹੀਂ ਸੀ he suffer and then achieve his glory? It was must. Cross was must. What's the glory then? Resurrection is a glory. Must. ਕਿ ਮਸੀਹ ਦੇ ਲਈ ਇਹ ਜ਼ਰੂਰੀ ਨਹੀਂ ਸੀ? ਯਿਸੂ ਨੇ ਮੂਸਾ ਨਬੀ ਦੀਆਂ ਪੁਸਤਕਾਂ ਤੋਂ ਸ਼ੁਰੂ ਕਰਕੇ ਧਰਮ ਗ੍ਰੰਥ ਦੇ ਪੁਸਤਕਾਂ ਦੇ ਵਿੱਚੋਂ ਜੋ ਉਸ ਦੇ ਬਾਰੇ ਲਿਖਿਆ ਸੀ ਸਮਝਾਇਆ। ਸਾਡੇ ਕੋਲ ਇਹ ਜਿਹੜੀ ਬਾਈਬਲ ਆ, ਇਹ ਪਿਛਲੀਆਂ 27 ਜਿਹੜੀਆਂ ਕਿਤਾਬਾਂ ਸਾਨੂੰ ਦਿੱਤੀਆਂ ਗਈਆਂ ਇਸ ਵਚਨ ਦੇ ਵਿੱਚ, ਇਹ ਪ੍ਰਭੂ ਯਿਸੂ ਮਸੀਹ ਦੇ ਜਨਮ ਤੋਂ ਬਾਅਦ ਦੀਆਂ ਹੈ। ਇਹ ਪ੍ਰਭੂ ਯਿਸੂ ਮਸੀਹ ਦੇ ਜਨਮ ਤੋਂ ਬਾਅਦ ਦੀਆਂ ਇੰਨੀਆਂ ਕਿਤਾਬਾਂ ਜਿਹੜੀਆਂ ਸਾਡੇ ਕੋਲ, ਇਹ ਪ੍ਰਭੂ ਯਿਸੂ ਮਸੀਹ ਦੇ ਜਨਮ ਤੋਂ ਬਾਅਦ ਦੀਆਂ। ਆਹ ਜਿਹੜੀਆਂ ਪਹਿਲੀਆਂ ਸਾਰੀਆਂ ਕਿਤਾਬਾਂ ਆ, ਇਹ ਪ੍ਰਭੂ ਯਿਸੂ ਮਸੀਹ ਦੇ ਜਨਮ ਤੋਂ ਪਹਿਲਾਂ ਦੀਆਂ। ਇਹ ਜਿਹੜਾ 4000 ਸਾਲ ਦਾ ਇਤਿਹਾਸ ਜਿਹੜਾ ਸਾਨੂੰ ਦਿੱਤਾ ਗਿਆ, ਇਹ ਪ੍ਰਭੂ ਯਿਸੂ ਮਸੀਹ ਦੇ ਜਨਮ ਤੋਂ ਪਹਿਲਾਂ, ਪਹਿਲੇ ਪੇਜ ਤੋਂ ਲੈ ਕੇ ਅਖੀਰਲੇ ਪੇਜ ਤੱਕ ਇੱਕੋ ਹੀ ਇਨਸਾਨ ਦੇ ਬਾਰੇ ਇਹ ਸਾਰੀ ਕਿਤਾਬ ਸਾਨੂੰ ਦੱਸਦੀ ਪਈ ਆ। ਇਹ ਪਵਿੱਤਰ ਪੁਸਤਕ ਸਾਨੂੰ ਦੱਸਦੀ ਪਈ ਪ੍ਰਭੂ ਯਿਸੂ ਦੇ ਬਾਰੇ, ਕਿਸੇ ਹੋਰ ਦੇ ਬਾਰੇ ਨਹੀਂ। ਸਾਰਾ ਧਿਆਨ ਸਿਰਫ ਇੱਕ ਤੇ ਲੱਗਾ ਆ, ਪ੍ਰਭੂ ਯਿਸੂ ਮਸੀਹ ਤੇ। ਉਸ ਦੇ ਇਸ ਕਿਤਾਬ ਦੀ ਸ਼ੁਰੂ ਤੋਂ ਲੈ ਕੇ ਇੱਕੋ ਚੀਜ਼ ਦੇ ਵਿੱਚ ਸਾਨੂੰ ਦਿਖਾਇਆ ਗਿਆ, ਉਹਦੀ ਸਲੀਬ, ਉਹਦੀ ਮੁਕਤੀ, ਉਹਦਾ ਮੁਰਦਿਆਂ ਚੋਂ ਜੀ ਉੱਠਣਾ, ਉਹਦੀ ਮਾਫੀ, ਉਹਦਾ ਪਿਆਰ। ਇਹ ਸਾਰੀ ਕਿਤਾਬ ਇਹੋ ਚੀਜ਼ ਦਿਖਾਉਂਦੀ ਪਈ ਆ। ਧਰਮ ਬਾਰੇ ਸਾਨੂੰ ਦੱਸਦੀ, ਧਰਮ ਸਾਨੂੰ ਦਿੰਦੀ ਆ। ਫਿਰ ਇਨਸਾਨ ਦੱਸਦਾ, ਕਹਿੰਦਾ ਕਿ ਮੈਂ ਧਰਮ ਪੂਰਾ ਨਹੀਂ ਕਰ ਸਕਦਾ। ਪਹਿਲੀਆਂ 5 ਕਿਤਾਬਾਂ ਸਾਰੀਆਂ ਧਰਮ ਦੀਆਂ, ਦੁਨੀਆ ਦਾ ਕੋਈ ਵੀ ਤੁਸੀਂ ਧਰਮ ਲੈ ਲਓ, ਉਸ ਨੂੰ ਖੋਲ੍ਹ ਕੇ ਦੇਖ ਲਓ, ਜਿਹੜਾ ਕੁਛ ਪਹਿਲੀਆਂ 5 ਕਿਤਾਬਾਂ ਵਿੱਚ ਮੂਸਾ ਲਿਖ ਗਿਆ ਹੈ ਨਾ, ਉਹੀ ਲਿਖਿਆ, ਇਸ ਤੋਂ ਜ਼ਿਆਦਾ ਹੋਰ ਕੁਛ ਨਹੀਂ ਗਾ। That's the law. That's religion. First 5 books are religion. ਅਗਲੀਆਂ ਜਿਹੜੀਆਂ ਅੱਗੇ ਉਸ ਤੋਂ ਬਾਅਦ ਜਿਹੜੀਆਂ ਕਿਤਾਬਾਂ ਆਉਂਦੀਆਂ ਹੈਗੀਆਂ ਆ, ਉਸ ਤੋਂ ਬਾਅਦ ਜਿਹੜੀਆਂ 12 ਕਿਤਾਬਾਂ ਆਉਂਦੀਆਂ, the man tried to keep that religion and failed. ਇਨਸਾਨ ਧਰਮ ਰੱਖਣ ਦੀ ਕੋਸ਼ਿਸ਼ ਕਰਦਾ ਪਿਆ ਪਰ ਰੱਖ ਨਹੀਂ ਸਕਦਾ। ਉਸ ਤੋਂ ਬਾਅਦ ਨਬੂਵਤ ਆਉਂਦੀ ਆ, ਨਬੂਵਤ ਹੁੰਦੀ ਪ੍ਰੋਫੈਸੀ, ਆਉਣ ਵਾਲੇ ਸਮੇਂ ਦੀ ਜਿਹੜੀ ਗੱਲ ਦੱਸੀ ਜਾਂਦੀ ਆ। ਉਹ ਜਿਹੜੀਆਂ ਅਗਲੀਆਂ ਕਿਤਾਬਾਂ ਉਹ ਇਹ ਸਾਨੂੰ ਦੱਸਦੀਆਂ ਪਈਆਂ, ਮੈਂ ਤਾਂ ਧਰਮ ਨਹੀਂ ਰੱਖ ਸਕਦਾ, ਪਰ ਇੱਕ ਆਏਗਾ ਜਿਹੜਾ ਮੇਰੇ ਲਈ ਧਰਮ ਨੂੰ ਪੂਰਾ ਕਰੇਗਾ, ਮੇਰੀ ਕੀਮਤ ਦੇਏਗਾ। ਅਗਲੀਆਂ ਕਿਤਾਬਾਂ ਦੇ ਵਿੱਚ ਜਿਹੜੀਆਂ ਅੱਗੇ ਆਉਂਦੀਆਂ ਪਈਆਂ, ਉਹਦੇ 'ਚ ਪ੍ਰਭੂ ਯਿਸੂ ਮਸੀਹ ਨੇ ਆਪਣੀ ਜਾਨ ਆਇਆ, ਕਿੱਦਾਂ ਉਹ ਆਇਆ, ਕਿੱਦਾਂ ਉਸਨੇ ਸਾਡੇ ਲਈ ਆਪਣੀ ਜਾਨ ਦਿੱਤੀ। ਅਖੀਰਲੀ ਕਿਤਾਬ ਬੜੀ ਅਜੀਬ ਆ ਕਿ ਉਹ ਵਾਪਸ ਆਏਗਾ। ਪਹਿਲੀਆਂ ਕਿਤਾਬਾਂ ਦੇ ਵਿੱਚ ਸਾਨੂੰ ਇਹ ਦੱਸਿਆ ਗਿਆ, ਉਹ ਕੁਆਰੀ ਤੋਂ ਪੈਦਾ ਹੋਇਆ, ਉਸਨੇ ਪਾਪੀ ਦੇ ਲਈ ਆਪਣੀ ਜਾਨ ਦਿੱਤੀ, ਉਹ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ, ਸਾਡੀਆਂ ਅੱਖਾਂ ਦੇ ਸਾਹਮਣੇ ਉਠਾ ਲਿਆ ਗਿਆ, ਔਰ 5ਵੀਂ ਚੀਜ਼ ਜਿਹੜੀ ਇੱਕੋ ਹੀ ਰਹਿ ਗਈ ਆ, ਓਨਲੀ ਵਨ ਥਿੰਗ ਇਜ਼ ਲੈਫਟ,
4 ਚੀਜ਼ਾਂ ਪੂਰੀਆਂ ਹੋ ਚੁੱਕੀਆਂ ਇਹ ਬਾਈਬਲ ਜੋ ਕਹਿੰਦੀ ਆ, ਇਹ 'ਚ 4 ਚੀਜ਼ਾਂ ਇਹਦੀਆਂ ਪੂਰੀਆਂ ਹੋ ਚੁੱਕੀਆਂ ਆ। ਪ੍ਰਭੂ ਯਿਸੂ ਮਸੀਹ ਨੇ ਇਹ 4 ਹੀ ਚੀਜ਼ਾਂ ਉਹਨਾਂ ਨੂੰ ਦਿਖਾਈਆਂ ਕਿ ਨਬੀ ਵੀ ਇਹਦੇ ਬਾਰੇ ਕਹਿੰਦੇ ਸੀ, ਮੂਸਾ ਵੀ ਇਹਦੇ ਬਾਰੇ ਕਹਿੰਦਾ ਸੀ। ਇਹ 4 ਚੀਜ਼ਾਂ ਹੁਣ ਪੂਰੀਆਂ ਹੋ ਚੁੱਕੀਆਂ। That's what he is showing them। ਇਹ 2 ਬੰਦਿਆਂ ਨੂੰ ਪ੍ਰਭੂ ਯਿਸੂ ਮਸੀਹ ਇਹੋ ਹੀ ਦਿਖਾ ਰਹੇ ਆ। ਇਹ 4 ਚੀਜ਼ਾਂ ਪੂਰੀਆਂ ਹੋ ਚੁੱਕੀਆਂ, ਇੱਕ ਰਹਿ ਗਈ, ਮੇਰਾ ਵਾਪਸ ਆਉਣਾ। ਮੇਰਾ ਵਾਪਸ ਆਉਣਾ। ਵੇਦ ਸਾਨੂੰ ਇਹ ਦੱਸਦੇ ਕਿ ਉਹ ਨਿਸ਼ਕਲੰਕ ਅਵਤਾਰ ਵਾਪਸ ਆਏਗਾ ਔਰ ਹਰ ਇੱਕ ਦਾ ਧਰਮ ਉਹਦੇ ਧਰਮ ਦੇ ਨਾਲ ਤੋਲਿਆ ਜਾਏਗਾ। ਜਿਹੜੀ ਕਰਮਾਂ ਦੀ ਤੱਕੜੀ ਸਾਨੂੰ ਦੱਸੀ ਜਾਂਦੀ ਆ ਨਾ, ਉਹ ਸਾਨੂੰ ਉਸ ਦੀ ਜਿਹੜੀ ਸਫਾਈ ਆ ਉਹ ਫਿਰ ਵੇਦਾਂ ਦੇ ਵਿੱਚ ਪਤਾ ਲੱਗਦੀ ਆ ਕਿ ਨਿਸ਼ਕਲੰਕ ਅਵਤਾਰ ਦੇ ਕਰਮਾਂ ਦੇ ਨਾਲ ਸਾਡਾ ਜਿਹੜਾ ਕਰਮ ਤੋਲਿਆ ਜਾਏਗਾ, ਜਿਹਦਾ ਫਿਰ ਪੂਰਾ ਨਹੀਂ ਹੋਏਗਾ ਉਹ ਫਿਰ ਮੌਤ ਦੇ ਖੂਹ ਦੇ ਵਿੱਚ ਜਾਏਗਾ। ਉਹਦਾ ਵਾਪਸ ਆਉਣਾ ਇੱਕੋ ਹੀ ਸੀ, ਜੇ ਤੇ ਕਲੰਕ ਕੋਈ ਨਹੀਂ ਲੱਗਾ। ਨਾ ਕੋਈ ਧਰਤੀ ਦਾ ਉੱਤੇ ਕਲੰਕ ਲਾ ਸਕਿਆ, ਨਾ ਕੋਈ ਸਵਰਗ ਦਾ ਉੱਤੇ ਕਲੰਕ ਲਾ ਸਕਿਆ। ਕਹਿੰਦਾ ਪ੍ਰਭੂ ਦਾ ਵਚਨ ਕਹਿੰਦਾ 27ਵੀਂ ਆਇਤ ਕਹਿੰਦੀ ਆ, ਯਿਸੂ ਨੇ ਮੂਸਾ ਅਤੇ ਨਬੀਆਂ ਦੀਆਂ ਪੁਸਤਕਾਂ ਤੋਂ ਸ਼ੁਰੂ ਕਰਕੇ ਧਰਮ ਗ੍ਰੰਥ ਦੀਆਂ ਸਾਰੀਆਂ ਪੁਸਤਕਾਂ ਦੇ ਵਿੱਚ ਜੋ ਕੁਝ ਉਸਦੇ ਬਾਰੇ ਲਿਖਿਆ ਸੀ ਉਹਨਾਂ ਨੂੰ ਸਮਝਾਇਆ। ਉਹ ਉਸ ਪਿੰਡ ਦੇ ਲਾਗੇ ਪਹੁੰਚ ਗਏ ਤਾਂ ਯਿਸੂ ਨੇ ਉਹਨਾਂ ਨੂੰ ਇਸ ਤਰ੍ਹਾਂ ਸੰਕੇਤ ਕੀਤਾ ਜਿੱਦਾਂ ਕਿ ਉਹ ਅੱਗੇ ਜਾ ਰਹੇ ਸਨ। ਪਰ ਇਸ ਉੱਤੇ ਉਹਨਾਂ ਦੇ ਚੇਲਿਆਂ ਨੇ ਯਿਸੂ ਨੂੰ ਜ਼ੋਰ ਦੇ ਕੇ ਆਖਿਆ, ਤੁਸੀਂ ਸਾਡੇ ਨਾਲ ਅੱਜ ਇੱਥੇ ਹੀ ਠਹਿਰ ਜਾਓ, ਤਰਕਾਲਾਂ ਪੈ ਗਈਆਂ ਹਨ ਅਤੇ ਹਨੇਰਾ ਹੋਣ ਵਾਲਾ ਹੈ। ਇਸ ਲਈ ਯਿਸੂ ਉਹਨਾਂ ਦੇ ਨਾਲ ਰਹਿਣ ਦੇ ਲਈ ਅੰਦਰ ਗਏ। ਜਦੋਂ ਉਹ ਉਹਨਾਂ ਦੇ ਨਾਲ ਭੋਜਨ ਕਰਨ ਬੈਠੇ, ਯਿਸੂ ਨੇ ਰੋਟੀ ਲਈ ਪਰਮੇਸ਼ਵਰ ਦਾ ਧੰਨਵਾਦ ਕੀਤਾ, ਤੋੜ ਕੇ ਉਹਨਾਂ ਨੂੰ ਦਿੱਤੀ ਅਤੇ ਉਸ ਵੇਲੇ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ। ਉਹਨਾਂ ਨੇ ਯਿਸੂ ਨੂੰ ਪਹਿਚਾਣ ਲਿਆ। What did they see? ਉਸ ਤੋਂ ਪਹਿਲਾਂ ਯਿਸੂ ਮਸੀਹ ਦੇ ਹੱਥ ਚੋਲੇ ਦੇ ਵਿੱਚ ਇਸ ਤਰ੍ਹਾਂ ਲੁਕਿਓ ਸੀ। ਚੋਲਾ ਜਿਹੜਾ ਉੱਤੋਂ ਦੀ ਪਾਇਆ ਹੁੰਦਾ ਸੀ, ਜਿਹੜਾ ਉਹਨਾਂ ਨੇ ਪ੍ਰੇਅਰ ਸ਼ਾਲ ਜਿਹੜਾ ਲਿਆ ਹੁੰਦਾ ਸੀ, ਇਸ ਤਰ੍ਹਾਂ ਦਾ ਪ੍ਰੇਅਰ ਸ਼ਾਲ ਹੁੰਦਾ ਸੀ ਉਹ ਜਿਹੜੇ ਯਹੂਦੀ ਲੈਂਦੇ ਆ, ਰਾਈਟ। ਇੱਧਰ ਆ ਪ੍ਰਭੂ ਦਾ ਨਾਮ ਲਿਖਿਆ ਆ। ਇਹ ਪ੍ਰੇਅਰ ਸ਼ਾਲ ਪ੍ਰਭੂ ਯਿਸੂ ਮਸੀਹ ਨੇ ਆਪਣੇ ਉੱਤੇ ਇੱਦਾਂ ਲਿਆ ਸੀ। ਉਹਨਾਂ ਦੇ ਹੱਥ ਇੱਦਾਂ ਲੁਕਿਓ ਸੀ। ਪਰ ਜਦੋਂ ਉਸ ਨੇ ਰੋਟੀ ਲਈ, ਰੋਟੀ ਤੋੜੀ, ਤਾਂ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦੇ ਹੱਥਾਂ ਦੇ ਵਿੱਚ ਇੱਥੇ ਛੇਕ ਦੇਖਿਆ। That's what happened। ਪ੍ਰਭੂ ਯਿਸੂ ਮਸੀਹ ਦੇ ਹੱਥਾਂ ਦੇ ਵਿੱਚ ਜਦੋਂ ਉਹਨਾਂ ਨੇ ਛੇਕ ਦੇਖਿਆ, ਉਹਨਾਂ ਨੇ ਕਿਹਾ ਤਾਂ ਜਿਉਂਦਾ ਹੈ, ਤਾਂ ਸਾਡੇ ਵਿੱਚ ਬੈਠਾ। He is alive। ਕਿਸੇ ਮਿਰਾਕਲ ਨੇ ਅੱਖਾਂ ਨਹੀਂ ਖੋਲ੍ਹੀਆਂ, ਕੋੜਿਆਂ ਦੇ ਰਾਜੀ ਹੋਣ ਦੇ ਅੱਖਾਂ ਨਹੀਂ ਖੋਲ੍ਹੀਆਂ, ਬਿਮਾਰਾਂ ਦੇ ਠੀਕ ਹੋਣ ਦੇ ਨਾਲ ਅੱਖਾਂ ਨਹੀਂ ਖੁੱਲ੍ਹੀਆਂ। ਇੱਕੋ ਚੀਜ਼ ਨੇ ਅੱਖਾਂ ਖੋਲ੍ਹੀਆਂ, ਉਹਦੇ ਮੁਰਦਿਆਂ ਦੇ ਵਿੱਚੋਂ ਜੀਂਦੇ ਹੋਣ ਦੇ ਨਾਲ। ਜਿਸ ਵੇਲੇ ਜਿਹੜਾ ਇਨਸਾਨ ਪ੍ਰਭੂ ਯਿਸੂ ਮਸੀਹ ਦੇ ਮੁਰਦੇ ਦੇ ਵਿੱਚੋਂ ਜੀਂਦੇ ਹੋਣ ਦੀ ਇਸ ਤਾਕਤ ਨੂੰ ਆਪਣੇ ਅੰਦਰ ਲੈਂਦਾ, ਉਹੀ ਮੁਰਦਿਆਂ ਦੇ ਵਿੱਚੋਂ ਜੀਂਦਾ ਹੁੰਦਾ ਤੇ ਉਹ ਕਹਿੰਦਾ ਵਾਓ, there's a difference। there's a difference। ਕਿਉਂਕਿ ਉਹਦੀ ਮੌਤ ਪ੍ਰਭੂ ਯਿਸੂ ਮਸੀਹ ਦੀ ਮੌਤ ਦੇ ਵਿੱਚ ਲੁਕ ਜਾਂਦੀ ਹੈ ਤੇ ਉਹਦੀ ਜ਼ਿੰਦਗੀ ਇੱਕ ਨਵੀਂ ਜ਼ਿੰਦਗੀ ਪ੍ਰਾਪਤ ਕਰਦੀ ਆ, ਜਿਹੜੀ ਯਿਸੂ ਮਸੀਹ ਦੀ ਜ਼ਿੰਦਗੀ ਹੁੰਦੀ ਆ। ਔਰ ਫਿਰ ਦੇਖੋ ਕੀ ਹੋਇਆ। ਔਰ ਜਦੋਂ ਯਿਸੂ ਨੇ ਉਹਨਾਂ ਨੂੰ ਪਛਾਣ ਲਿਆ, ਪਰ ਉਹਨਾਂ ਦੀਆਂ ਅੱਖਾਂ ਦੇ ਸਾਹਮਣਿਓਂ ਅਲੋਪ ਹੋ ਗਏ। ਇਸ ਦੇ ਉੱਤੇ ਆਪੋ ਵਿੱਚ ਕਹਿਣ ਲੱਗੇ ਕਿ ਜਦੋਂ ਉਹ ਰਾਹ ਵਿੱਚ ਜਾਂਦਿਆਂ ਸਾਨੂੰ ਧਰਮ ਗ੍ਰੰਥ ਦੀਆਂ ਗੱਲਾਂ ਸਮਝਾ ਰਹੇ ਸਨ, ਤਾਂ ਸਾਡੇ ਦਿਲ ਉਸ ਸਮੇਂ ਉਬਾਲੇ ਨਹੀਂ ਸੀ ਖਾ ਰਹੇ। ਉਹ ਉਸ ਵੇਲੇ ਉੱਠੇ, ਯਰੂਸ਼ਲਮ ਨੂੰ ਮੁੜ ਗਏ। ਉਹ ਉੱਥੇ ਪਹੁੰਚ ਕੇ 11 ਚੇਲਿਆਂ ਅਤੇ ਦੂਜੇ ਸਾਥੀਆਂ ਨੂੰ ਇਕੱਠੇ ਦੇਖਿਆ ਅਤੇ ਉਹ ਕਹਿ ਰਹੇ ਸਨ ਪ੍ਰਭੂ ਸੱਚਮੁੱਚ ਜੀ ਉੱਠੇ ਹਨ ਅਤੇ ਉਹ ਸ਼ਮਾਉਨ ਨੂੰ ਵਿਖਾਈ ਦਿੱਤੇ ਹਨ। ਉਹਨਾਂ ਦੋਹਾਂ ਨੇ ਵੀ ਰਾਹ ਦੇ ਵਿੱਚ ਹੋਈ ਸਾਰੀ ਘਟਨਾ ਦੱਸੀ ਅਤੇ ਇਹ ਵੀ ਦੱਸਿਆ ਕਿ ਰੋਟੀ ਤੋੜਨ ਵੇਲੇ ਉਹਨਾਂ ਯਿਸੂ ਨੂੰ ਪਹਿਚਾਣਿਆ। ਮੇਰੇ ਪਿਆਰੇ ਭੈਣੋ ਤੇ ਭਰਾਓ, ਮੁਰਦਿਆਂ ਦੇ ਵਿੱਚੋਂ
जी उठण वाला कुआरी तो पैदा होने वाला वचन देहधारी होके जिहड़ा इस धरती ते आया, एक छोटे तो छोटे नूं इन्ना प्यार करदा। यसू मसीह नूं चेलियां दा कोई घाटा नहीं सी। यसू मसीह चाਹੁੰਦਾ ਤੇ ਉਹ ਮੰਦਰ ਦੇ ਪੰਡਤਾਂ ਨੂੰ ਵੀ ਆਪਣੇ ਪਿੱਛੇ ਲਾ ਸਕਦਾ ਸੀ, ਪਰ ਉਸਨੇ ਸਧਾਰਨ ਮੇਰੇ ਵਰਗੇ ਪਾਪੀਆਂ ਨੂੰ ਚੁਣਿਆ ਔਰ ਆਪਣੀ ਜ਼ਿੰਦਗੀ, ਆਪਣੇ ਪਿਆਰ ਨੂੰ ਸਾਡੇ ਵਿੱਚ ਡੋਲਿਆ ਕਿ ਇਹ ਸਧਾਰਨ ਲੋਕ ਉੱਠਣ ਅਤੇ ਕਹਿਣ ਕਿ ਉਹ ਜਿਉਂਦਾ, ਉਹ ਜਿਉਂਦਾ। ਮੈਂ ਉਸ ਦਾ ਜਿਉਂਦਾ ਹੋਣਾ ਦੇਖਿਆ, ਮੈਂ ਉਸ ਦਾ ਜਿਉਂਦਾ ਹੋਣਾ ਦੇਖਿਆ। ਤੂੰ ਭਰਾ ਪਹਿਲਾ ਇਨਸਾਨ ਨਹੀਂ ਜਿਹਦੀ ਬਿਮਾਰੀ ਠੀਕ ਹੋਈ ਆ। ਇਸ ਘਰ ਦੇ ਵਿੱਚ ਬਹੁਤਿਆਂ ਦੀ ਹੋਈ ਆ, ਪਰ ਬਿਮਾਰੀ ਤੋਂ ਜਿਉਂਦਾ ਹੋਣਾ ਪਰ ਪ੍ਰਭੂ ਦੇ ਵਿੱਚ ਜਿਉਂਦਾ ਹੋਣਾ ਦੋ ਵੱਖਰੀਆਂ ਚੀਜ਼ਾਂ। ਇਹ ਹਮੇਸ਼ਾ ਯਾਦ ਰੱਖੀ। ਪ੍ਰਭੂ ਤੋਂ ਇਹ ਮੰਗੋ ਕਿ ਪ੍ਰਭੂ ਮੈਨੂੰ ਆਪਣੇ ਵਿੱਚ ਜਿਉਂਦਾ ਕਰ, ਮੇਰਿਆਂ ਪਾਪਾਂ ਦਾ ਭਾਰ ਲੈ, ਮੈਨੂੰ ਉਹਨਾਂ ਤੋਂ ਆਜ਼ਾਦ ਕਰ। ਜੋ ਤੂੰ ਸਲੀਬ ਦੇ ਉੱਤੇ ਮੇਰੀ ਕੀਮਤ ਦਿੱਤੀ ਆ, ਉਹ ਕੀਮਤ ਨੂੰ ਮੈਂ ਤੇਰੀ ਨੂੰ ਸਵੀਕਾਰ ਕਰਦਾ ਆਪਣੀ ਜ਼ਿੰਦਗੀ ਦੇ ਵਿੱਚ। ਹੇ ਮੇਰੇ ਪ੍ਰਭੂ, ਮੈਨੂੰ ਆਪਣਾ ਜਿਉਂਦਾ ਹੋਣਾ ਦਿਖਾ। I want to see your resurrection power in my life. I want to live your resurrection power in my life. That's the prayer should be. Amen? Amen? ਖੁਦਾਵੰਦ ਦੇ ਘਰੋਂ ਇਹ ਮੰਗ ਕੇ ਜਾਓ ਕਿ ਪ੍ਰਭੂ ਮੇਰੇ ਪਿਆਰ ਨੂੰ ਅੱਜ ਤੂੰ ਤਾਜ਼ਾ ਕਰ। ਜਿੱਦਾਂ ਤੂੰ ਮੈਨੂੰ ਪਿਆਰ ਕਰਦਾ, ਮੈਂ ਵੀ ਤੈਨੂੰ ਉੱਦਾਂ ਹੀ ਪਿਆਰ ਕਰ ਸਕਾਂ। ਜਾਂ ਪ੍ਰਭੂ ਅੱਜ ਮੈਂ ਤੈਨੂੰ ਜਾਣਨਾ ਚਾਹੁੰਦਾ। I want to know who you are. ਮੈਂ ਤੈਨੂੰ ਆਪਣੀ ਜ਼ਿੰਦਗੀ 'ਚ ਲੈਣਾ ਮੰਗਦਾ। ਮੇਰੇ ਤੇ ਰਹਿਮ ਕਰ। ਜਿੱਦਾਂ ਤੂੰ ਇਹਨਾਂ ਨੂੰ ਦਿਖਾਇਆ, ਮੈਨੂੰ ਵੀ ਇਸੇ ਤਰ੍ਹਾਂ ਆਪਣੀ ਜ਼ਿੰਦਗੀ 'ਚ ਦਿਖਾ। And he will. He will. Amen. और खुदावंद ये काम करेगा। खुदावंद ये काम करेगा। आओ खड़े होइए प्रभु तो